ਆਪਾਂ ਹੋਰ ਵੀ ਬਚਨ ਗੁਰਬਾਣੀ ਚੋਂ ਦੇਖ ਲੈਂਦੇ ਹਾਂ, ਜਪ ਬਾਰੇ ਵੀ, ਜਾਪ ਬਾਰੇ ਵੀ। ਜਿਵੇਂ ਪਾਤਸ਼ਾਹ 269 ਅੰਗ ਦੇ ਉੱਪਰ ਵੀ ਕਹਿੰਦੇ ਆ, ਸੁਖਮਨੀ ਸਾਹਿਬ ਦੇ ਅੰਦਰ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜੇ ਤੂੰ ਤਾਂ ਕੋ ਜਾਪ। ਹੁਣ ਇੱਥੇ ਦੇਖੋ ਜਾਪ ਸ਼ਬਦ ਵੀ ਆ ਗਏ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ, ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ। ਹੁਣ ਇੱਥੇ ਦੋਨੇ ਬਚਨ ਆ ਗਏ, ਜਾਪ ਵੀ ਆ ਗਿਆ, ਜਪ ਵੀ ਆ ਗਿਆ। ਹੁਣ ਆਪਾਂ ਇਹਦੀ ਵਿਚਾਰ ਗੁਰਬਾਣੀ ਤੇ ਪੁੱਛਦੇ ਹਾਂ ਵੀ ਇੱਥੇ ਪਾਤਸ਼ਾਹ ਕੀ ਕਹਿਣਾ ਚਾਹੁੰਦੇ ਆ। ਕਹਿੰਦੇ ਜਿਹ ਪ੍ਰਸਾਦ ਸਭ ਕੀ ਗਤ ਹੋਏ, ਕਹਿੰਦੇ ਜੇ ਕਿਸੇ ਦੇ ਉੱਪਰ ਇਹ ਕਿਰਪਾ ਹੋ ਜਾਵੇ, ਜਹ ਪ੍ਰਸਾਦ, ਜੇ ਕੋਈ ਇਸ ਤਰੀਕੇ ਨਾਲ ਆਪਣੇ ਮੂਲ ਨੂੰ ਪਰਸ ਲਵੇ, ਜੇ ਕੋਈ ਜੀਵ ਇਸ ਤਰੀਕੇ ਨਾਲ ਗੁਰਬਾਣੀ ਦੀ ਗੱਲ ਸਮਝ ਲਵੇ, ਸਭ ਕੀ ਗਤ ਹੋ, ਕਿਸੇ ਦੀ ਵੀ ਗਤੀ ਹੋ ਸਕਦੀ ਹੈ, ਕੋਈ ਵੀ ਅੱਗੇ ਵੱਧ ਸਕਦਾ। ਦੇਖੋ ਗਤੀ ਹੈ, ਗਤ ਹੈ, ਅੱਗੇ ਜਾਣਾ ਹੈ ਕੁਛ, ਅਗਾਂਹ ਕੂ ਤਰਾਂਗ, ਪਿੱਛੇ ਫੇਰ ਨਾ ਮੋੜਨਾ। ਨਾਨਕ ਜਾਪ ਜਪੈ ਜਪ ਸੋਏ। ਨਾਨਕ ਜੀ ਕਹਿੰਦੇ, ਸਵੈਂ ਪੰਜਵੇਂ ਪਾਤਸ਼ਾਹ ਕਹਿੰਦੇ ਇਹ ਜਾਪ ਹੈ। ਜੋ ਕੁਛ ਮੈਂ ਤੁਹਾਨੂੰ ਸਮਝਾ ਰਿਹਾ, ਕਿਉਂਕਿ ਉਹ ਤਾਂ ਪਹਿਲਾਂ ਉਹਨਾਂ ਨੇ ਤਾਂ ਜਪ ਕੀਤਾ ਹੋਇਆ, ਉਹਦੇ ਬਾਅਦ ਜਪ ਹੈ। ਆਪ ਉਹਨਾਂ ਨੇ ਪਹਿਲਾਂ ਜਪ ਕੀਤਾ, ਭਾਵ ਕੇ ਸਮਝਿਆ, ਸਮਝ ਕੇ ਸਮਝਾਇਆ ਜਾ ਸਕਦਾ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰੀ ਦੀ ਜਾਵਾ। ਪਹਿਲਾਂ ਮਨ ਦੇ ਉੱਪਰ ਪ੍ਰਬੋਧ ਆਪ ਲਿਆ। ਪ੍ਰਬੋਧ ਮਾਇਆ ਤੋਂ ਪਰੇ ਦਾ ਗਿਆਨ, ਪਾਛੈ ਅਵਰੀ ਦੀ ਜਾਵਾ, ਫਿਰ ਦੂਜਿਆਂ ਨੂੰ ਦੱਸਿਆ, ਅਰ ਰੀਝ ਕੇ ਦੱਸਿਆ, ਪ੍ਰਸੰਨ ਹੋ ਕੇ ਦੱਸਿਆ, ਨਿਸ਼ਕਪਟ ਹੋ ਕੇ ਦੱਸਿਆ, ਕਪਟ ਰੱਖ ਕੇ ਨਹੀਂ ਦੱਸਿਆ, ਆਪਣੇ ਨਾਲ ਜੋੜਨ ਲਈ ਨਹੀਂ ਦੱਸਿਆ, ਆਪਣੀ ਵਡਿਆਈ ਲਈ ਨਹੀਂ ਦੱਸਿਆ। ਪਰਮੇਸ਼ਰ ਵੱਲੋਂ ਆਰਡਰ ਆਇਆ ਵੀ ਦੱਸ, ਅੱਗੋਂ ਚਾਹੇ ਕੁਛ ਵੀ ਹੋਵੇ, ਚਾਹੇ ਤਿਰਸਕਾਰ ਹੋਵੇ ਚਾਹੇ ਸਤਿਕਾਰ ਹੋਵੇ, ਦੱਸਿਆ। ਸੱਚ ਬੋਲਿਆ, ਭਾਵੇਂ ਤਤੀ ਤਵੀ ਤੇ ਬਿਠਾਤਾ, ਫਿਰ ਵੀ ਆਖਿਆ ਤੇਰਾ ਭਾਣਾ ਮਿੱਠਾ ਲੱਗੇ। ਹਰ ਨਾਮ ਪਦਾਰਥ ਨਾਨਕ ਮੰਗ, ਫਿਰ ਵੀ ਨਾਮ ਹੀ ਮੰਗਿਆ ਕਿ ਭਾਣੇ 'ਚ ਰੱਖੀ। ਭਾਵੇਂ ਕਿਸੇ ਨੇ ਸਤਿਕਾਰ ਨਾਲ ਘਰੇ ਬੁਲਾਇਆ, ਕਿਤੇ ਵੀ ਆਸਣ ਤੇ ਬਿਠਾਇਆ, ਉਦੋਂ ਵੀ ਆਖੇ ਜੇ ਰਾਜ ਦੇ ਤਾਂ ਕਬਰ ਵਡਾਈ, ਜੇ ਭੀਖ ਮੰਗਾਵੇ ਤਾਂ ਕਿਆ ਘਟ ਜਾਏ। ਕੈਸੀ ਅਵਸਥਾ ਹੈ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ। ਨਾਨਕ ਜਾਪ, ਉਹਨਾਂ ਨੇ ਜਾਪ ਕੀਤਾ ਪਹਿਲਾਂ, ਜਿਵੇਂ 10ਵੇਂ ਪਾਤਸ਼ਾਹ ਨੇ ਜਾਪ ਕੀਤਾ। ਜਿਹਦੇ ਕੋਲ ਜਪ ਹੈ ਉਹ ਜਾਪ ਵੀ ਨਾਲ ਕਰੂਗਾ। ਨਾਨਕ ਜਾਪ ਜਪੈ, ਫਿਰ ਉਹ ਜਪੈ ਵੀ ਹੈ ਕਿ ਜੋ ਜਾਪ ਉਹਨਾਂ ਕੋਲ ਹੈ, ਜੋ ਉਹਨੇ ਸਮਝਾਇਆ, ਉਹ ਜਪ ਹੈ। ਉਹ ਪਿੱਛੇ ਵੀ ਕਿਸੇ ਨੇ ਕੀਤਾ ਹੋਇਆ, ਜਿੰਨੇ ਵੀ ਪੰਜਵੇਂ ਪਾਤਸ਼ਾਹ ਤੋਂ ਪਹਿਲਾਂ ਹੋਏ, ਉਹਨਾਂ ਕੋਲ ਵੀ ਇਹੀ ਕੁਆਲਿਟੀ ਸੀ, ਜਪ ਵੀ ਸੀ, ਜਾਪ ਵੀ ਸੀ। ਚਾਹੇ ਉਹ ਧਰੂ ਜੀ ਸੀ, ਚਾਹੇ ਪ੍ਰਹਲਾਦ ਜੀ ਸੀ, ਜਾਂ ਉਹਨਾਂ ਤੋਂ ਪਹਿਲਾਂ ਵੀ ਜੋ ਕੋਈ ਗੁਰਮੁਖ ਨੇ, ਉਹਨਾਂ ਕੋਲ ਵੀ ਉਹ ਰਸਤਾ ਉਹੀ ਹੈ, ਇੱਕੋ ਹੀ ਮੰਜ਼ਿਲ ਹੈ, ਇੱਕੋ ਹੀ ਰਸਤਾ ਹੈ। ਨਾਨਕ ਜਾਪ ਜਪੈ ਜਪ ਸੋਏ। ਹੁਣ ਸਾਨੂੰ ਉਹ ਜਪ ਦਾ ਆਰਡਰ ਕਰਦੇ ਪੰਜਵੇਂ ਪਾਤਸ਼ਾਹ ਕਿ ਜਿਹੜਾ ਕੁਛ ਅਸੀਂ ਜਪ ਕੀਤਾ, ਸਮਝਿਆ, ਉਹੀ ਅਸੀਂ ਤੁਹਾਨੂੰ ਸਮਝਾ ਰਹੇ ਹਾਂ। ਹੁਣ ਤੁਹਾਨੂੰ ਸਮਝਣਾ ਪਊਗਾ, ਉਹ ਤੁਹਾਨੂੰ ਜਾਣਨਾ ਪਊਗਾ। ਮੈਂ ਕੋਈ ਚੀਜ਼ ਖਾਧੀ ਹੈ, ਪਹਿਲਾਂ ਮੈਂ ਖਾਧੀ, ਮੈਨੂੰ ਰਸ ਆਇਆ, ਜਦੋਂ ਮੈਂ ਖਾ ਲਈ ਉਹ ਜਪ ਹੋ ਗਿਆ। ਉਸ ਤੋਂ ਬਾਅਦ ਉਹਦੇ ਬਾਰੇ ਮੈਂ ਕੁਛ ਦੱਸਦਾ, ਉਹ ਜਿਹੜਾ ਦੱਸ ਰਿਹਾ ਉਹ ਜਾਪ ਹੈ। ਤੇ ਜਿਹਨੂੰ ਦੱਸ ਰਿਹਾ ਉਹਨੇ ਹੁਣ ਜਾਪ ਤੋਂ ਜਪ ਕਰਨਾ, ਭਾਵ ਕਿ ਉਹਨੂੰ ਚੀਜ਼ੋਂ ਖਾਣੀ ਪਊਗੀ। ਜੋ ਖਾਊਗਾ ਫਿਰ ਉਹਦਾ ਵੀ ਜਪ ਹੋ ਜਾਣਾ, ਫਿਰ ਜਦੋਂ ਦੂਜੇ ਨੂੰ ਕਿਸੇ ਨੂੰ ਸਮਝਾਊਗਾ ਉਹਦਾ ਜਾਪ ਹੋ ਜਾਣਾ। ਸੋਏ ਕਹਿੰਦੇ ਇਹ ਸੋਏ ਹੈ, ਇਹ ਸੱਚਖੰਡ ਦੀ ਭਾਸ਼ਾ ਹੈ, ਇਹ ਗੁਰਮੁਖਾਂ ਦੀ ਭਾਸ਼ਾ ਹੈ, ਸੰਸਾਰੀਆਂ ਦੀ ਭਾਸ਼ਾ ਨਹੀਂ ਹੈ। ਸੰਸਾਰੀਆਂ ਦੀ ਭਾਸ਼ਾ ਵਿੱਚ ਜਪ ਹੋਰ ਹੈ, ਨਿਰਾਕਾਰੀਆਂ ਦੀ ਭਾਸ਼ਾ 'ਚ ਜਪ ਹੋਰ ਹੈ। ਕਿਉਂਕਿ ਹਰ ਇੱਕ ਚੀਜ਼ ਵੱਖੋ ਵੱਖਰੀ ਹੈ। ਤਾਂ ਹੀ ਤਾਂ ਗੁਰਬਾਣੀ 'ਚ ਲਿਖਿਆ ਨਾ, ਅਸੰਖ ਜਪ,
भी संसार दे विच तां असंख्यां ही जप ने, कोई कहता इस तरह करो, कोई कहता इस तरह करो। इसी तरह गुरमत भी एक मत है, ये दरगाही मत है, निराकारी मत है, ये गुरबाणी है, इन्हां दा भी अपना जप है। सो अंग 1071 ਦੇ ਉੱਪਰ ਵੀ ਪਾਤਸ਼ਾਹ ਪੰਜਵੇਂ ਪਾਤਸ਼ਾਹ ਹੀ ਕਹਿੰਦੇ ਆ, ਮਾਰੂ ਰਾਗ ਦੇ ਅੰਦਰ, ਮਾਰੂ ਮਹੱਲਾ ਪੰਜਵਾਂ, ਹਰ ਕਾ ਜਾਪ ਜਪੋ ਜਪ ਜਪਨੇ, ਜੀਤ ਆਵੋ ਬਸੈ ਘਰ ਆਪਣੇ, ਲੱਖ 84 ਨਰਕ ਨਾ ਦੇਖੋ, ਰਸਕ ਰਸਕ ਗੁਣ ਗਾਈ। ਹੁਣ ਹਰ ਕਾ ਜਾਪ देखो, हर का जाप है, राम का नाम, राम नाम, सत नाम, गोविंद नाम मत विसर है, गोविंद नाम। इसी तरह हर का नाम कि जिहड़ा साडा मूल है, हर है, उहदा जिहड़ा जाप है, उहदे बारे समझना। जप हो कहते जिमें असी जपिया, जिमें असी जाने तुसी भी उमें जानो। जानी जानी रे राजा राम की कहानी, कहते जिमें असी वो कहानी नूं जाने है, उस तरह तुसी भी जानो, क्योंकि तुहाडे अंदर भी तो राम है, जोत तो तुहाडे अंदर भी है। जिहड़ी जोत गुरु नानक साहब के हिरदे सी, उही जोत साडे भी हैगी है। बस इन्ना ही फर्क है कि उन्हां दी जोत पूर्ण सी, साडी अधूरी है। पूर्ण जोत जगह घट में तब तब ताहे खालस निखालस जाना, तब खालस ताहे निखालस जाना। 10वें पातशाह भी कहते उन्होंने अंदर पूर्ण जोत सी, वो जगदी सी, और उन्होंने सानू भी उपदेश दिता भी तुसी भी अपने अंदर जोत नूं जगाओ। जे हुण साडे अंदर जोत ही ना जगे, फिर नहीं असी सचखंड जा सकते। गुरबाणी मुताबक, गुरबाणी च किते नहीं लिखिया है, गुरबाणी च लिखे ओह जिहा ही बनना पऊगा। हर का सेवक सो हर जिहा, ਉਹਦੇ ਵਰਗਾ ही बनना वो, ਤਾਂ ਤੁਸੀਂ जा सकते हो, नहीं नहीं जा सकते। गुरबाणी च किते कोई आग्या नहीं, बाहर का मैनू पता नहीं। सो हर का जाप जप हो, जप जपने कहते जिन्ने भी होए ने इसे तरीके समझ के ही गए है। तां पातशाह जीत आवो वसै कर अपने, सचखंड चो फरमाना है, कहते जित के आयो, जीत आवो। हुण जितना की है, जंग किहदे नाल है? मन दे नाल। मन से झगड़ा, मन से सत्त, मन दे नाल ही झगड़ा, मन दे नाल ही सत्त है। भाव के स्वयं अपना ही झगड़ा है, आप ही अपने आप नूं माया च फसाया होया, वासनावां च फसाया होया, आप ही उन्हां चों बाहर कढना। धीरज तां बनाए यह तन बुद्ध स्यों दीपक ज्यों उजियार है, ज्ञान है की वडनी मनो हाथ लै कातरता कुतबार बहार है। हे मेरे मना, उत्थे भी 10वें पातशाह ज्ञान है की वडनी कहते, ध्यान की वडनी नहीं किया, ज्ञान की वडनी कहा कि ज्ञान कोल रख के माया का एक भी फुरना ना फुरे अंदर। जीत आवे वसै कर अपने, कहते जित के आओ अपने हिरदे चाओ, क्यों बाहर फिरदे हो। लख 84 नरक ना देखो, कहते लख 84 आ जी 84 है, ये नरक है, भाव के निवाण च नूं जांदा है। तू नरक कल्पना करेगा, माया की इच्छा रखेगा तो पिछे नूं जाएगा ना। देखो उधर तो पिछे झाक भी ना, ताही पातशाह ने कहते अगाह कूतरांग। साधु को मिलने जाइए साथ ना लीजिए कोई, पाछे पाओ ना दीजिए, आगे होए सो होए। अगे होने की गल है, पिछे नहीं है। पर अस तो पिछे नूं जाने हैं कि पिछलियां चीज़ां सामभ के रखो जी, पिछलियां रवायतां नूं सामभ के रखो। गुरबाणी कहती अगाह वधो, असी पिछे नूं जाने। पिछला समा चंगा सीगा जी, फिर होने वाला माड़ा है। ते जिहड़े उस वेले लोग सीगे पिछले समय दे विच, ओह कहंदे सी उदों पिछे वाला चंगा सी। गुरबाणी ने एक भी पंक्ति पिछे की नहीं गल की, गुरबाणी अगे की गल करदी है, पर असी पिछे ही चलते हैं। सो नहीं फायदा पिछे चल के, अगे वधो। जिथे तक गुरबाणी वधाउंदी है वधना चाहिए, जिथे जाके गुरबाणी रोक लाउंदी उत्थे रोको, पर गुरबाणी के अनुसार चलो,
फिर वेख मेरे मना किवें बख्शिश है। लाखों 84 नरक ना देखो, रसक रसक गुण गाई हे। रस लै कहते, गुण गा ਉਹਦੇ। गुण गाउणा की हुंदा? ਉਹਦੇ ਭਾਣੇ ਵਿੱਚ ਰਹਿਣਾ, ਉਹਦੀ ਰਜ਼ਾ ਨੂੰ ਸਵੀਕਾਰ ਕਰਨਾ, ਗੁਰਬਾਣੀ ਅਨੁਸਾਰ ਚੱਲਣਾ। ਪਹਿਲਾਂ ਗੁਰਬਾਣੀ ਅਨੁਸਾਰ ਚੱਲਣਾ, ਜਦੋਂ ਗੁਰਬਾਣੀ ਅਨੁਸਾਰ ਚੱਲ ਚੱਲ ਕੇ ਬਾਣੀ ਪ੍ਰਗਟ ਹੋ ਜਾਂਦੀ ਹੈ। ਜਦੋਂ ਬਾਣੀ ਪ੍ਰਗਟ ਹੋ ਗਈ ਫਿਰ ਸਾਰਾ ਸਿਸਟਮ ਹੀ ਪਰਮੇਸ਼ਰ ਦੇ ਵੱਸ 'ਚ, ਫਿਰ ਸਾਰੀ ਸੋਝੀ ਹੋ ਜਾਂਦੀ ਇਹਨੂੰ ਤਿੰਨੇ ਲੋਕਾਂ ਦੀ ਕਿ ਕਿਵੇਂ ਭਾਣਾ ਵਰਤਦਾ, ਕਿਵੇਂ ਹੁਕਮ ਹੋ ਰਿਹਾ, ਕਿੱਥੋਂ ਹੁਕਮ ਆ ਰਿਹਾ, ਕਿਸ ਤਰ੍ਹਾਂ ਦਾ ਹੁਕਮ ਆ ਰਿਹਾ। ਫਿਰ ਇਹਦਾ ਆਪਣਾ ਆਪਾ ਗਵਾਇਆ ਜਾਂਦਾ ਹੈ। ਸੋ ਅੰਗ 100 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਸੋਈ ਜਪ ਜੋ ਪ੍ਰਭ ਜੀਓ ਭਾਵੈ, ਭਾਣੈ ਪੂਰ ਗਿਆਨਾ ਜੀਓ। ਹੇ ਮੇਰੇ ਮਨ, ਜਿਹੜਾ ਗੁਰਮਤਿ ਦਾ ਜਪ ਹੈ ਕਿਸੇ ਨੂੰ ਭਾਉਣਾ ਚਾਹੀਦਾ। ਸੋਈ ਜਪ ਕਹਿੰਦੇ ਉਹੀ ਜਪ ਹੈ ਜੋ ਪ੍ਰਭ ਜੀਓ ਭਾਵੈ, ਕਿ ਜਿਹੜਾ ਤੇਰੇ ਮੂਲ ਨੂੰ ਭਾਉਂਦਾ ਹੋਵੇ। ਹੁਣ ਜੇ ਅੰਦਰਲੇ ਮੂਲ ਦੀ ਪੂਰੀ ਸੋਝੀ ਨਹੀਂ, ਫਿਰ ਗੁਰਬਾਣੀ ਤਾਂ ਬਾਹਰ ਹੈਗੀ ਹੈ, ਜਾਂ ਗੁਰਬਾਣੀ ਅਨੁਸਾਰ ਹੋਵੇ ਗੱਲ ਤਾਂ ਵੀ ਠੀਕ ਹੈ, ਜਾਂ ਫਿਰ ਖੁਦ ਆਪਣੇ ਆਪ ਹਿਰਦੇ ਦੇ ਵਿੱਚੋਂ ਗੱਲ ਚੱਲਦੀ ਹੋਵੇ ਤਾਂ ਵੀ ਠੀਕ ਹੈ। ਦੋ ਹੀ ਕੰਡੀਸ਼ਨਾਂ ਨੇ, ਜਾਂ ਤਾਂ ਗੁਰਬਾਣੀ ਦੇ ਅਨੁਸਾਰ ਗੱਲ ਹੋਵੇ ਤੇ ਜਾਂ ਸਵੈਮ ਆਪਣੇ ਹਿਰਦੇ ਦੇ ਅੰਦਰ ਭਰਮ ਨਾ ਹੋਵੇ। ਕਿਉਂਕਿ ਪ੍ਰਭ ਹੈ, ਪ੍ਰਭੂ ਨਹੀਂ ਹੈ। ਪ੍ਰਭ ਹੈ ਸਾਡਾ ਮੂਲ, ਪ੍ਰਭ ਦਾ ਮੂਲ ਹੈ ਪ੍ਰਭੂ। ਉਹ ਹੈ ਪਰਮੇਸ਼ਰ, ਉਹ ਹੈ ਹੁਕਮ, ਉਹ ਹੈ ਅਕਾਲ ਪੁਰਖ, ਉਹ ਹੈ ਧੁਰ ਕੀ ਬਾਣੀ, ਉਹ ਹੈ ਸਰਟੀਫਿਕੇਟ। ਉਹ ਪਹਿਲਾਂ ਨਹੀਂ ਮਿਲਦਾ ਜਿੰਨਾ ਚਿਰ ਪੜ੍ਹਾਈ ਕੰਪਲੀਟ ਨਹੀਂ ਹੁੰਦੀ। ਪੜ੍ਹਾਈ ਕੰਪਲੀਟ ਹੋਵੇ, ਪੇਪਰ ਸਾਰਾ ਕੰਪਲੀਟ ਕਰੇ, ਫਿਰ ਸਰਟੀਫਿਕੇਟ ਮਿਲਦਾ, ਉਹਨਾਂ ਚਿਰ ਨਹੀਂ ਮਿਲਦਾ। ਬਾਣੀ ਉਦੋਂ ਮਿਲਦੀ ਹੈ ਜਦੋਂ ਇਹ ਗੁਰਬਾਣੀ ਅਨੁਸਾਰ ਪੂਰਾ ਉਤਰਿਆ ਹੋਵੇ। ਸੋਈ ਜਪ ਜੋ ਪ੍ਰਭ ਜੀਓ ਭਾਵੈ, ਭਾਣੈ ਪੂਰ ਗਿਆਨਾ ਜੀਓ। ਤਾਂ ਪਾਤਸ਼ਾਹ ਨੇ ਲਿਖਿਆ, ਕਹਿੰਦੇ ਅਸਲ ਵਿੱਚ ਉਹ ਜਪ ਕੀ ਹੈ? ਭਾਣੇ ਵਿੱਚ ਰਹਿਣਾ, ਪੂਰ ਗਿਆਨਾ ਜੀਓ। ਪੂਰਾ ਗਿਆਨ ਹੋਣਾ ਚਾਹੀਦਾ, ਪੂਰੀ ਸੋਝੀ ਹੋਣੀ ਚਾਹੀਦੀ ਹੈ, ਅਧੂਰੀ ਸੋਝੀ ਨਹੀਂ ਹੈ। ਪੂਰੇ ਗੁਰ ਕਾ ਸੁਨਿ ਉਪਦੇਸ਼, ਇਹਦਾ ਮਤਲਬ ਅਧੂਰਾ ਗੁਰ ਵੀ ਹੈਗਾ। ਗੁਰ ਲਿਖਿਆ, ਗੁਰੂ ਨਹੀਂ ਲਿਖਿਆ। ਪੂਰੇ ਗੁਰ ਕਾ, ਕਿ ਜਿਹਦੇ ਕੋਲ ਪੂਰੀ ਸੋਝੀ ਹੈ ਉਹਦੀ ਗੱਲ ਸੁਣ, ਉਹ ਤਾਂ ਗੁਰਬਾਣੀ ਹੋਈ ਹੈ। ਪਾਰ ਬ੍ਰਹਮ ਨਿਕਟ ਕਰ ਵੇਖ, ਕਹਿੰਦੇ ਫੇਰ ਜਿਹੜਾ ਤੇਰਾ ਬ੍ਰਹਮ ਹੈ ਉਹ ਮਾਇਆ ਤੋਂ ਪਰੇ ਜਾ ਕੇ ਸਾਰਾ ਕੁਛ ਨੇੜੇ ਦੇਖੋ। ਵੀ ਹੁਕਮ ਤਾਂ ਮੇਰੇ ਨੇੜੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰ ਉਹਨਾਂ ਚਿਰ ਨਹੀਂ ਦੇਖ ਸਕਦਾ। ਸੋ ਗੁਰਬਾਣੀ ਦੇ ਅੰਦਰ ਅੰਗ 12 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮਾਂ, ਸਰਣ ਪਰੇ ਕੀ ਰਾਖੋ ਸਰਮਾ। ਕਹਿੰਦੇ ਜਿਹੜਾ ਸੰਸਾਰੀਆਂ ਦਾ ਜਪ ਤਪ ਹੈ, ਭਾਵੇਂ ਇੱਥੇ ਜਪ ਤਪ ਦੇ ਥੱਲੇ ਔਂਕੜ ਲੱਗੀ ਹੋਈ ਹੈ, ਇਹ ਫਰਕ ਹੈ। ਕਿਉਂਕਿ ਸੰਸਾਰੀ ਵੀ ਕਹਿੰਦੇ ਸੀ ਵੀ ਜਿਹੜਾ ਸਾਡਾ ਜਪ ਆ ਉਹ ਸਹੀ ਹੈ, ਸਾਡਾ ਤਪ ਸਹੀ ਹੈ, ਸਾਡੇ ਸੰਜਮ ਸਹੀ ਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਕਹਿੰਦੇ ਇਹ ਜਪ ਤਪ ਜਿਹੜੇ ਤੁਹਾਡੇ ਨੇ ਇਹ ਨਹੀਂ ਮੈਂ ਕਮਾਏ ਹੈਗੇ, ਮੈਂ ਨਹੀਂ ਇਸ ਨੂੰ ਕਮਾਉਂਦਾ ਹੈਗਾ। ਸੇਵਾ ਸਾਧ ਨਾ ਜਾਣਿਆ ਹਰ, ਜਿਵੇਂ ਤੁਸੀਂ ਕਿਸੇ ਸਾਧ ਦੀ ਸੇਵਾ ਕਰਦੇ ਹੋ ਮੈਂ ਉਸ ਤਰ੍ਹਾਂ ਸੇਵਾ ਨਹੀਂ ਕਰਦਾ। ਸਾਧ ਤਾਂ ਸਾਡੇ ਹਿਰਦੇ 'ਚ ਹੈ, ਬਾਹਰ ਤਾਂ ਸਾਧ ਹੁੰਦਾ ਹੀ ਨਹੀਂ। ਬਾਹਰ ਤਾਂ ਦੇਹੀ ਹੈ, ਜਿਹਨੂੰ ਵੀ ਤੁਸੀਂ ਦੇਹੀ ਮੰਨਦੇ ਹੋ, ਤਾਂ ਮੈਂ ਤਾਂ ਵਿਦੇਹੀ ਮੰਨਦਾ। ਦੇਹੀ ਗੁਪਤ ਵਿਦੇਹੀ ਦੀਸੈ, ਗੁਰਬਾਣੀ ਤਾਂ ਇਹ ਕਹਿ ਰਹੀ ਹੈ ਕਿ ਜਿਹੜੀ ਚੀਜ਼ ਨੇ ਬਿਨਸ ਜਾਣਾ, ਮਿੱਟੀ ਹੈ, ਉਹਦੀ ਪੂਜਾ ਕਾਹਦੇ ਵਾਸਤੇ ਕਰਨੀ ਹੈ? ਨਿਰਜੀਵ ਪੂਜਾ ਹੈ, ਮੜਾ ਸਰੇਵ ਹੈ, ਸਭ ਬਿਰਥੀ ਘਾਲ ਗਵਾਵੇ। ਕਹਿੰਦੇ ਤਾਂ ਨਿਰਜੀਵ ਚੀਜ਼ ਹੈ। ਹਾਂ ਜੇ ਪੂਜਣਾ ਹੀ ਹੈ ਤਾਂ ਇਹਦੇ ਅੰਦਰੋਂ ਜਿਹੜਾ ਬੋਲਦਾ ਉਹਦੀ ਗੱਲ ਮੰਨੋ। ਹਾਂ ਬਾਹਰਲੇ ਸਰੀਰ ਦੀ ਸੰਭਾਲ ਜ਼ਰੂਰ ਕਰੋ, ਸੰਭਾਲਣਾ ਬਹੁਤ ਜ਼ਰੂਰੀ ਹੈ, ਪੂਜਣਾ ਜ਼ਰੂਰੀ ਨਹੀਂ। ਪੂਜੀ ਦਾ ਉਹ ਚੀਜ਼ ਹੁੰਦੀ ਜਿਹੜੀ ਚੇਤਨ ਹੋਵੇ। ਜੜ ਦੀ ਪੂਜਾ ਨਹੀਂ ਕਰੀਦੀ, ਜੜ ਦੀ ਸੇਵਾ ਕਰੀਦੀ ਹੈ। ਸਰੀਰ ਦੀ ਸੇਵਾ ਸੰਭਾਲ ਹੈ ਤੇ ਚੇਤਨ ਦੀ ਸੇਵਾ ਹੈ। ਜੋ ਕੋਈ
पुरख भी सतगुर भी है, ਉਹਦੇ ਮੁਖੋਂ ਜਿਹੜੇ ਬਚਨ ਨਿਕਲਦੇ ਉਹਨਾਂ ਬਚਨਾਂ ਨੂੰ ਕਮਾਉਣਾ ਸੇਵਾ ਹੈ। ਸਤਿਗੁਰ ਦੇ ਸਰੀਰ ਹੈ ਜਿਹੜਾ ਉਹਦੇ ਕੋਲ ਮਾਇਆ ਦਾ ਦੇਹ ਹੈ, ਉਹਦੀ ਸੰਭਾਲ ਕਰਨੀ ਜ਼ਰੂਰੀ ਹੈ। ਸੋ ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹਿੰਦੇ ਮੈਂ ਨਹੀਂ ਜਾਣਿਆ ਇਹਨੂੰ ਸੇਵਾ, ਨਾ ਮੈਂ ਇਹਨੂੰ ਜਾਣਿਆ ਹਰ। ਕਹਿੰਦੇ ਫਿਰ ਤੁਸੀਂ ਕੀ ਕੀਤਾ? ਕਹਿੰਦੇ ਕਹੋ ਨਾਨਕ। ਹੁਣ ਦੇਖੋ ਨਾਨਕ ਜੀ ਆਪਣੇ ਵੱਲੋਂ ਗੱਲ ਕਹਿ ਰਿਹਾ, ਹਮ ਨੀਚ ਕਰਮ। ਕਹਿੰਦੇ ਹਮ ਜਿੰਨੇ ਵੀ ਹੁਣ ਤੱਕ ਹੈ ਹੋਏ ਨੇ ਪਿੱਛੇ, ਉਹਨਾਂ ਨੇ ਕਿਹਾ ਵੀ ਇਹ ਤਾਂ ਸਾਰੇ ਨੀਚ ਕਰਮ ਨੇ। ਕਹੋ ਨਾਨਕ, ਪਰਮੇਸ਼ਰ ਨੇ ਕਿਹਾ ਨਾਨਕ ਜੀ ਨੂੰ, ਤੂੰ ਕਹਿ ਇਹਨਾਂ ਨੂੰ ਵੀ ਇਹ ਤਾਂ ਸਾਰੇ ਨੀਚ ਕਰਮ ਨੇ ਜਿਹੜੇ ਕੁਛ ਤੁਸੀਂ ਕਰਦੇ ਹੋ। ਤੁਸੀਂ ਤਾਂ ਸਾਰਾ ਕੁਝ ਸਰੀਰ ਨਾਲ ਕਰਦੇ ਹੋ, ਕਿਉਂਕਿ ਸਰੀਰ ਮਾਇਆ ਦਾ ਬਣਿਆ, ਮਾਇਆ ਸੱਚ ਤੋਂ ਥੱਲੇ ਹੈ। ਉਹ ਕਹਿੰਦੇ ਫਿਰ ਕਰਨਾ ਕੀ ਚਾਹੀਦਾ? ਕਹਿੰਦੇ ਸਰਨ ਪਰੇ ਕੀ ਰੱਖੋ ਸਰਮਾ। ਕਹਿੰਦੇ ਉਹਦੀ ਸਰਨ 'ਚ ਚਲੇ ਜਾਓ। ਸਰਨ ਪਰੇ ਕੀ ਰੱਖੋ ਸਰ, ਉਹਦੀ ਲਾਜ ਰੱਖਦਾ ਜਿਹੜਾ ਉਹਦੀ ਸਰਨ ਵਿੱਚ ਆਵੇ। ਸਰਨ ਆਵੇ ਕੰਠ ਲਾਵੇ, ਹਰ ਬਿਰਧ ਸੁਆਮੀ ਸੰਤਾ। ਕਹਿੰਦੇ ਸਰਨ 'ਚ ਕਿਵੇਂ ਜਾਏ ਜਾਓ? ਕਹਿੰਦੇ ਆਪਣਾ ਆਪ ਗਵਾ ਦਿਓ, ਜਪ ਕਰੋ। ਹੁਣ ਆਪਣਾ ਆਪਾ ਗਵਾਉਣਾ ਬਹੁਤ ਔਖਾ ਹੈ, ਤੇ ਜਿੰਨਾ ਚਿਰ ਆਪਣਾ ਆਪਾ ਨਹੀਂ ਗਵਾਇਆ ਜਾਂਦਾ ਉਹਨਾਂ ਚਿਰ ਸੱਚ ਪਾਇਆ ਵੀ ਨਹੀਂ ਜਾਂਦਾ, ਸਰਨ 'ਚ ਜਾਇਆ ਵੀ ਨਹੀਂ ਜਾਂਦਾ ਹੈਗਾ, ਕਿਉਂਕਿ ਆਪਣੀ ਹਉਮੈ ਆਪਣੀ ਹੋਂਦ ਨਹੀਂ ਜਾਣ ਦਿੰਦੀ। ਸੋ ਅੰਗ 23 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ ਸ੍ਰੀ ਰਾਗ ਦੇ ਅੰਦਰ, ਸ੍ਰੀ ਰਾਗ ਮਹੱਲਾ ਪਹਿਲਾ, ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ, ਜਪ ਤਪ ਸੰਜਮ ਹੋ ਜਬ ਰਾਖੇ, ਕਮਲ ਵਿਗਸੈ ਮਦ ਅਸਰਮਾਈ। ਸੋ ਬੇਅੰਤ ਬਚਨ ਨੇ 85 ਅੰਗ ਉੱਪਰ ਵੀ ਪਾਤਸ਼ਾਹ ਕਹਿੰਦੇ ਜਪ ਤਪ ਸੰਜਮ ਮਨੇ ਮਾਹੇ, ਬਿਨ ਨਾਵੈ ਤ੍ਰਿਗ ਜੀ ਬਾਸ। ਕਹਿੰਦੇ ਤੁਹਾਡੇ ਮਨ ਦੇ ਵਿੱਚ ਰਹਿ ਗਏ, ਬਸ ਮਨ ਤੱਕ ਸੀਮਤ ਹੋ ਤੁਸੀਂ ਜਿਹੜਾ ਜਪ ਤਪ ਕਰਦੇ ਹੋ, ਕਿਉਂਕਿ ਸੰਜਮ ਵੀ ਕਰਦੇ ਹੋ। ਮਨੇ ਮਾਹੇ ਬਿਨ ਨਾਵੈ ਤ੍ਰਿਗ ਜੀ ਬਾਸ, ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਆ ਉਹ ਤਾਂ ਤ੍ਰਿਗ ਹੈ। ਇਹਦਾ ਮਤਲਬ ਨਾਮ ਕੋਈ ਹੋਰ ਹੈ। ਬਿਨ ਨਾਵੈ, ਗਿਆਨ ਤੋਂ ਬਿਨਾਂ। ਤੁਹਾਡੇ ਜਪ ਤਪ ਨਾਲ ਪਾਤਸ਼ਾਹ ਕਹਿੰਦੇ ਦੱਸੋ ਤੁਹਾਡਾ ਮਨ ਵਸ 'ਚ ਆਇਆ? ਜੇ ਤਾਂ ਤੁਹਾਡਾ ਮਨ ਵਸ 'ਚ ਹੈ ਫਿਰ ਤਾਂ ਤੁਹਾਡਾ ਜਪ ਤਪ ਹੈ ਸ੍ਰੇਸ਼ਟ, ਦਰਗਾਹੀ ਪ੍ਰਵਾਨਿਤ ਹੈ। ਜੇ ਤੁਹਾਡਾ ਇਹਨਾਂ ਜਪ ਤਪ ਕਰਨ ਦੇ ਨਾਲ ਸੰਜਮ ਕਰਨਾ ਮਨ ਨਹੀਂ ਨਾ ਵਸ 'ਚ ਆ ਰਿਹਾ, ਇਹਦਾ ਮਤਲਬ ਇਹ ਸੰਸਾਰੀ ਹੈ, ਦਰਗਾਹੀ ਨਹੀਂ ਹੈ, ਨਿਰਾਕਾਰੀ ਨਹੀਂ ਹੈ। ਨਿਰਾਕਾਰੀ ਜਪ ਦੇ ਵਿੱਚ ਤਾਕਤ ਹੈ, ਸਮਰੱਥਾ ਹੈ, ਕਰਾਮਾਤ ਹੈ ਕਿ ਉਹ ਮਨ ਨੂੰ ਰੋਕ ਲੈਂਦਾ ਹੈ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਪੂਰੀ ਕਿਰਪਾ ਤਾਂ ਫਿਰ ਉਹੀ ਹੈ। ਫਿਰ ਜਿਹੜਾ ਕੁਝ ਤੁਸੀਂ ਕਰਦੇ ਤਾਂ ਮਤਲਬ ਪੂਰੀ ਕਿਰਪਾ ਨਹੀਂ ਹੈ। ਫਿਰ ਪੂਰੀ ਕਿਰਪਾ ਲਈ ਕੋਸ਼ਿਸ਼ ਕਰੋ। ਹੁਣ ਅੱਗੇ ਪਾਤਸ਼ਾਹ ਕਹਿੰਦੇ ਗੁਰਮਤੀ ਨਾ ਪਾਈ। ਆ ਦੇਖੋ ਕਹਿੰਦੇ ਸਾਡੇ ਕੋਲ ਵੀ ਹੈ, ਸਾਡੇ ਕੋਲ ਗੁਰਮਤੀ ਹੈ, ਗੁਰ ਦੀ ਮੱਤ ਹੈ, ਗਿਆਨ ਹੈ। ਤਾਂ ਨਾਉ ਪਾਈ ਹੈ, ਪਹਿਲਾਂ ਨਾਵੈ ਸ਼ਬਦ ਆਇਆ, ਹੁਣ ਨਾਉ ਸ਼ਬਦ ਹੈ। ਕਹਿੰਦੇ ਗਿਆਨ ਦੀ ਕਿਰਪਾ ਨਾਲ ਅਸੀਂ ਉਸ ਨਾਮ ਨੂੰ ਪਾਇਆ, ਇਹ ਸੋਝੀ ਅਸੀਂ ਸੱਚਖੰਡ ਤੋਂ ਪ੍ਰਾਪਤ ਕੀਤੀ ਹੈ। ਮਨਮੁਖ ਮੋਹ ਵਿਨਾਸ਼। ਕਹਿੰਦੇ ਜਿਹੜਾ ਮਨ ਬੁੱਧੀ ਨੂੰ ਲੈ ਕੇ ਮਾਇਆ ਦੇ ਵਿੱਚ ਫਸਿਆ ਹੋਇਆ, ਕਿਉਂਕਿ ਜਦੋਂ ਅਸੀਂ ਕੋਈ ਵੀ ਜਪ ਕਰਦੇ ਹਾਂ, ਹੇ ਮੇਰੇ ਮਨ ਤੂੰ ਜਦੋਂ ਜੋ ਕੋਈ ਵੀ ਜਪ ਤਪ ਕਰਦਾ, ਤੂੰ ਇੱਛਾ ਰੱਖ ਕੇ ਨਹੀਂ ਕਰਦਾ। ਤੇਰੇ ਅੰਦਰ ਇੱਛਾ ਹੈ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ, ਤੇ ਫਿਰ ਇੱਛਾ ਦੇ ਵਿੱਚ ਕੀ ਹੁੰਦਾ? ਮੋਹ ਹੁੰਦਾ। ਮੋਹ ਦੇ ਵਿੱਚ ਕੀ ਹੁੰਦਾ? ਵਿਨਾਸ਼ ਹੁੰਦਾ, ਪ੍ਰਾਪਤੀ ਕੁਛ ਨਹੀਂ ਹੁੰਦੀ। 10 ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਵਿਖੋਟ ਗਵਾਵੈ। ਕੋਈ ਗਵਾਉਂਦਾ ਨਹੀਂ ਬਖੋਟ ਕਿ ਉਹਨੂੰ ਦੇ ਤਾਂ ਮੈਨੂੰ ਕਿਉਂ ਨਹੀਂ ਦਿੱਤਾ, ਉਹਨੂੰ ਕਿਉਂ ਮਿਲ ਗਿਆ ਮੈਨੂੰ ਤਾਂ ਮਿਲਿਆ ਨਹੀਂ। ਇਹ ਵਿਖੋਟ ਹੈ, ਵਿਨਾਸ਼। ਜਿਉਂ ਭਾਵੈ ਤਿਉਂ ਰੱਖ ਤੂੰ। ਇਹ ਮੇਰੇ ਮਨਾ ਪ੍ਰਾਪਤੀ ਕਿ ਜਿਉਂ ਭਾਵੈ ਤਿਉਂ ਰੱਖ ਤੂੰ, ਨਾਨਕ ਤੇਰਾ ਦਾਸ। ਹੇ ਮੇਰੇ ਮਨਾ ਦੇਖ ਨਾਨਕ ਜੀ ਕੀ ਗੱਲ ਕਹਿੰਦੇ ਕਿ ਮੈਂ ਤੇਰਾ ਦਾਸ ਹਾਂ। ਤੂੰ ਕੀ ਬਣਾਇਆ? ਇਹਦਾ ਜਵਾਬ ਤੂੰ ਦੇਂਗਾ ਸੱਚਖੰਡ 'ਚ ਜਾ ਕੇ। ਉਹਨਾਂ ਨੇ ਸਿੱਧਾ ਹੀ ਕਹਿਣਾ ਵੀ ਅਸੀਂ ਤਾਂ ਤੈਨੂੰ ਦਾਸ ਲੈ ਕੇ ਆਏ, ਤੂੰ ਸਾਨੂੰ ਕੀ ਸਮਝਿਆ? ਇਹਦਾ ਜਵਾਬ ਹੁਣ ਤੂੰ ਦੇ, ਅਸੀਂ ਨਹੀਂ ਦੇਣਾ, ਕਿਉਂਕਿ ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਤਾਂ ਹੀ ਪਾਤਸ਼ਾਹ ਨੇ ਲਿਖਿਆ ਸੀ ਬੋਲੀ ਹੈ ਸੱਚ, ਆਹੀ ਸੱਚ ਬੋਲਣਾ, ਕਿ ਜੋ ਧਰਮ 'ਚ ਗੁਰਬਾਣੀ ਪੁਰਖਾਂ ਨੇ ਲਿਖ ਕੇ ਦਿੱਤੀ ਆ ਉਵੇਂ ਹੀ ਰਿਪੀਟ ਕਰਿਓ। ਇਹ 'ਚ ਆਪਣੀ ਮਰਜ਼ੀ ਨਾਲ ਕੁਛ ਵੀ ਕਰ ਦਿਓ।
जे तुसीं इहदे विच कोई अपनी मर्जी रला के भी गल करोगे तो यह सच नूं भी झूठ बना के पेश कर देगा। अंग 88 उपर भी पातशाह कहते जप तप संजम भाना सतगुरु का धर्मिया पल्ले पाए आए। कहते जिहड़े भाणे विच ने जिहड़े धर्मी पुरख ने उन्हां दी जिहड़ी सोच है उन्हां दी सोच दे अंदर जप तप हुंदा है कि वो अपने आप नूं जाणदे। जप हुंदा जानना, तप हुंदा जो कुछ जान लिया उवें ही दस देना। संजम हुंदा जो कुछ भी दस्सिया है वो भरम नूं कट्टदा भी है, ये नहीं कि वो कट्टदा नहीं है। यही भाना है वह। ये सतगुरु कहे, देखो सतगुरु शब्द आ गया, सचखंड तो आया होया जप तप है जिहड़ा निराकारी है। नानक सेवा सुरत कमावणी, हे मेरे मना देख की लिखिया पातशाह ने। नानक सेवा सुरत कमावणी कि सेवा सुरत ने करनी है, शरीर नाल काम हुंदे है, शरीर नाल संभाल हुंदी है। तू तो शरीर नाल जो कुछ भी करदा उन्होंने सेवा मनी बैठा। गुरबाणी की कहती है तू की कर रहे? गुरबाणी कहती है नानक सेवा सुरत कमावणी जो हर भावै सो थाए पाए। वो सेवा करनी है, सुरत दे द्वारा करनी है, कमाई सुरत द्वारा होनी है। जो हर भावै कि जिहड़ी तेरे मूल नूं भाव ही जावे सो थाए पाए, वो हिरदे च टिकनी है। बाकी नहीं हिरदे च कुछ भी टिकना हैगा, थां ते वो पैनी है जाके। अपने वालों जो मर्जी करी चल उसका जवाब तू देंगा, गुरबाणी ने नहीं देना। गुरबाणी बार बार हे मेरे मना तेनों समझा रही है। अंग 878 उपर पातशाह कहते जप तप संजम कर्म ना जानना नाम जपी प्रभ तेरा। वो कहते मैं नहीं जानता है जो कुछ ਜਿਹੜਾ भी जप तप तुसीं करते हो ਜਾਂ ਤੁਸੀਂ ਕੋਈ ਕਰਮਾਂ ਨੂੰ भी जानते, जिवें ਆਪਾਂ भी कह ਦਿੰਦੇ भी ਕਰਮਾਂ 'ਚ लिखा है। गुरबाणी नहीं ਮੰਨਦੀ ਕਰਮਾਂ 'ਚ कुछ लिखा है। गुरबाणी कहती हुक्म 'ਚ लिखा है, जो ਉਹਦਾ हुक्म है वरत लिया बस। नाम जपी प्रभ तेरा, कहते हे प्रभ जी मैं तो तेरा नाम जपदा। प्रभ तेरा नाम, इसका मतलब प्रभ होर है नाम होर है, राम होर है नाम होर है, गोविंद होर है नाम होर है, सत होर है नाम होर है। गुरबाणी मुताबक जो बाहर प्रचलित विचारधारावां ने उन्होंने जवाब दा वो ने। जप तप संजम कर्म न जाना नाम जपी प्रभ तेरा। जपी कि मैं तो लगातार कंटिन्यू, हे प्रभ हे मेरे मूल हे मेरी अंतरात्मा मैं तो तेरे हुक्म नूं मनदा। गुर परमेश्वर नानक भेटे वो साचा शब्द नवेरा। देखो की लिखा गुर, रारे नूं अंकड़ पई है इत्थे कि जदों गुर बन गया तो परमेश्वर भेट, परमेश्वर नानक भेट। नानक जी कहते जदों मैं पूरा गुण बनया फिर मैं परमेश्वर दे नाल भेटा होई, भाव कि उन्हां जोतां विच जाके मैं भी बह गया, उन्हां वर्गा ही मैं बन गया, राजे दी सभा जाके मैं बैठ गया। साचा शब्द ही नवेरा। फिर जिहड़ा ये नवेड़ा हुंदा साचा शब्द ही, उन्हां जिहड़े सच्चे ने सारे सचखंड वाले ने उन्हां दा जिहड़ा हुक्म आउंदा शब्द ही उपदेश दिता गया, उस उपदेश द्वारा ही नवेड़ा हुंदा। उस उपदेश तो बिना नवेड़ा नहीं हुंदा। अंग 216 के उपर पातशाह कहते हर बिन अवर किरिया विरथे। देख की लिखा महाराज ने, कहते हर बिन अवर किरिया विरथे। कहते जो कुछ तू हर तो बिना भाव के गुरबाणी तो बिना, चलो जो आप बाहर ही हर मनी अंदर की गल बाद करिए, गुरबाणी तो बिना जो कुछ भी है मेरे मना तू करदा वो बिरथ है। जप तप संजम कर्म कमाने ये और है मुझसे। कहते जिन्ना कुछ भी तू जप तप करदा है, संजम करदा है, कर्म कमाना कुछ भी करदा है, यह और है मुझसे। ये इत्थे ठगे जाने। एक सहर के नाम बिन अगे लईए खो। उन्हें सारा कुछ खोलना भी इत्थे रख दो, नाम दिखाओ की है तुहाडे कोल नाम। इन्हें कहना जी आह है नाम, वो कहने भी ये तो नाम ही नहीं हैगा। गुरबाणी च दिखा कित्थे लिखिया जी। गुरबाणी की सानू सोची तो है ही नहीं सी। वो कहते फिर सोची लैनी कि नहीं सी, किसी होर ने थोड़ा लेनी सी, तुसी लेनी सी, क्यों नहीं लेती? सानू जी किसी ने दिती नहीं। कहते ये किसी का इस रोल नहीं है, तू लैनी सी, तू क्यों नहीं लेती? आप ले लेंदा। सो हे मेरे मना तो निकल नहीं सकता। अंग 223 के उपर भी पातशाह कहते जप तप संजम पाठ पुराण कहो नानक अपरंपर मान। कहते पाठ पुराणों के विच यही कुछ है।
जप तप विवाह करो, आ जप कर लो, आ तप कर लो, आ संजम कर लो। कहो नानका परंपर मान। नानक जी नूं परमेश्वर कहता तू इन्हां नूं कह कि अपरंपर मान है, अपरंपर होना पऊगा, फिर जाके मान मिलना, फिर हुक्म की सोझी आनी है। अंग 732 के उपर भी पातशाह कहते हैं जप तप संजम वरत करै पूजा मनमुख रोग न जाई। हे मेरे मना, इत्थे तो सीधे ही लिखे पे ने सारा कुछ कि जिन्ना मर्जी जप कर लै, जिन्हें मर्जी तप कर लै, जिन्हें मर्जी संजम कर लै, वरत कर लै, पूजा कर लै, मन मुख जिन्ना चिर मन बुद्धि कट्ठे कर दे सारा कुछ, रोग ना जाई उन्ना चिर हौमे नहीं जानी। ਜਿਹਦੇ ਅਨੁਸਾਰੀ ਹੋ ਕੇ ਜਪ ਤਪ ਕਰਨਾ ਸੀ ਉਹਦਾ ਹਿਰਦੇ 'ਚ ਬੈਠਾ। ਜੇ ਹਿਰਦੇ ਵਾਲਾ ਨਹੀਂ ਪਤਾ ਲੱਗਦਾ ਗੁਰਬਾਣੀ ਹੈ। ਅੰਤਰ ਰੋਗ ਮਾ ਅਭਿਮਾਨਾ ਦੂਜੇ ਭਾਏ ਖਵਾਈ। ਕਹਿੰਦੇ ਅੰਦਰ ਕੀ ਹੈ, ਇਹਨਾਂ ਦੇ ਪਿੱਛੇ ਕੀ ਹੈ ਜਿਹੜਾ ਜਪ ਤਪ ਕਰਦਾ, ਇਹਦੇ ਪਿੱਛੇ ਕੀ ਹੈ? ਅੰਤਰ ਰੋਗ ਮਹਾ ਅਭਿਮਾਨ, ਹੰਕਾਰ ਹੈ ਅੰਦਰ ਤੋਂ। ਔਰ ਹੰਕਾਰ ਵੀ ਮਹਾ ਵੱਡਾ, ਵੀ ਮੇਰੇ ਜਿੰਨਾ ਤਾਂ ਕੋਈ ਨਿਤਨੇਮ ਵੀ ਨਹੀਂ ਕਰਦਾ, मेरे जिन्ना तो कोई पाठ नहीं करता, मेरे जिन्ने तो कोई चौंकड़ी नहीं ला सकता, मैनू 40 साल हो गए सेवा करते, नहीं तो बड़े बाबा जी की भी सेवा की, कहता उदों बड़िया की मैं की है। पर मना है किसी गिणती च नहीं आना। गिणती च वो आना कि बाबियां दा बचन कमाया किहड़ा है, बाबे की गल के उपर भरोसा किहड़ी ते कीता है। बाबा कहता सच बोल, बाबा कहता झूठ ना बोल। की तू झूठ छड़ता, तू सच दे खड़ गया। बाबा कहता बैर विरोध छड़, की तू छड़ता। जिदा तू इस तरह का कुछ किया फिर तो है गल सही। ये मेरे मना अंदर झाती मार, तो जे नहीं किया फिर दोषी तू ही है, किसी होर ने नहीं खड़ना। दूजे भाए खुआई, दूजी भुख है तेरे अंदर, दूजी भुख के नाल फिर खुआरी खुआरी है। अंग 1035 उपर भी पातशाह कहते जप तप संजम ना व्रत पूजा ना को आख बखाना है दूजा आपे आप उपाय विकसा आपे कीमत पाएगा। कहते जप तप संजम ना व्रत पूजा, कहते मैं नहीं पातशाह कहते ऐसा कुछ किया ना को आख बखाने दूजा, मैं तो किसी ने दूजा व्याख्या नहीं की दूजे की भी दूजा भी कुछ है। आपे आप ही उपाय विकसा, कहते मैनू पता लग भी आपे आप ही, मैं अपने आप ही नूं ही उपाय, मैं अपनी इच्छा पैदा की थी, अपना ही मन पैदा किया। विकसा कहते मैनू हुण पता लग्या भी मैं तो आप ही सारा कुछ करी फिरदा। आपे कीमत पाएगा, कहते मैं अपनी की मत, मैं अपनी मत नूं आप ही पा लिया, अपने आप की सोझी मैं आप ही प्राप्त कर ली। अपने गिरीवान में सिर नीवा कर देख, मैं तो देख लिया। अंग 703 उपर भी पातशाह कहते हैं जैत श्री महला 9वां नाहिन गुण नाहिन किश जप तप कौन कर्म अब कीजै। कहते नाहिन गुण, कहते मैं नहीं संसारियों वाले गुण लेते, ना मैं संसारी कोई जप तप किया भी जिवें संसारी लोग करते हैं। कौन कर्म अब कीजै, कहते ना मैं कोई इन्हां वाला कर्म किया। कहते फिर तुसीं कुछ तो करदे ही हो। पातशाह कहते हाँ, जो कुछ मैं करदा वो भी मैं तुहानूं दस देना, मैं किहड़ा लुकाउणा कुछ, क्योंकि रतन लुकाया लुकै ना ही जे को रखै लुकाए, हर का भगत प्रगट नहीं छपै। कहते वो तो लोग नहीं सकता। कहते नानक हर परयो शरणागत अवैदान प्रभ दीजा। कहते मैं तो हार परयो शरणागत, जिमें उपर बचन आया सी सारण परे की राखो शर्मा, वही कुछ 9वें पातशाह कहते नानक हार परयो, कहते मैं तो हार गया, हार परयो हार जाना, शरणागत ਉਹਦੀ शरण में चले गया, ਤਾਂ मेरी गति हुई है, ਤਾਂ मैं अगे बढ़ सकें। कित्थे गया अगे गति की अभैदान प्रभ दीजै। कहते फिर जिहड़ा अभैदान सी निरभव अवस्था, निर्वैर अकाल मूरत अजूनी स्वयंग, ये अवस्था फिर मेरे अंदर आई, उन्ना चिर नहीं आई। सो ये है जप गुरमत का। गुरमत का जप के हिसाब भाव है कि गुरबाणी तो अपने आप को जानना, अपने आप को पछानना, अपने आप को बुझना कि मैं कौन हाँ, तू कौन, कहाँ ते आयो, कीती कमुद्दत चलते अंत ना, कित्थों आया तू, किन्ना क समा हो गया। हे मेरे मना तू अपने आप को जान, मन तू जोत स्वरूप है, अपना मूल पछाण,
ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਗੁਰ ਦੀ ਮਤ ਲੈ ਕੇ ਚੱਲ, ਭਾਵ ਕਿ ਗੁਰਬਾਣੀ ਦੇ ਇੱਕ ਇੱਕ ਵਚਨ ਨੂੰ ਸਮਝ ਵਿਚਾਰ, ਉਹਦੇ ਅਨੁਸਾਰ ਚੱਲ, ਤਾਂ ਤੇਰਾ ਭਲਾ ਹੋ ਸਕਦਾ ਹੈ। ਨਹੀਂ ਤਾਂ ਫਿਰ ਤੂੰ ਇਸੇ ਸੰਸਾਰ ਦੇ ਅੰਦਰ ਆਪਣਾ ਸਮਾਂ ਗੁਜ਼ਾਰੀ ਚੱਲੇਗਾ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।